ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਕੱਲ ਅਸੀਂ ਕੀ ਪੜ੍ਹਿਆ ਸੀਗਾ। ਸਮਾਜਿਕ ਸਿੱਖਿਆ ਦਾ ਜਮਾਤ 8ਵੀਂ ਪਾਠ 20 ਸੁਤੰਤਰਤਾ ਤੋਂ ਬਾਅਦ ਦਾ ਭਾਰਤ, ਜਿਸ ਵਿੱਚ ਕੀ ਅਸੀਂ ਪੜ੍ਹਿਆ 1947 ਤੋਂ ਬਾਅਦ ਰਾਸ਼ਟਰੀ ਅਤੇ ਖੇਤਰੀ ਵਿਕਾਸ ਪੜ੍ਹਿਆ, ਜਿਹਦੇ ਵਿੱਚ ਅਸੀਂ ਸੰਵਿਧਾਨ ਦਾ ਨਿਰਮਾਣ, ਦੇਸੀ ਰਿਆਸਤਾਂ ਦਾ ਏਕੀਕਰਨ, ਅਸੀਂ ਇਹ ਸਭ ਪੜ੍ਹਿਆ। ਫਰਾਂਸੀਸੀ ਅਤੇ ਪੁਰਤਗਾਲੀ ਅਧੀਨ ਭਾਰਤੀ ਖੇਤਰਾਂ ਨੂੰ ਆਜ਼ਾਦ ਕਰਵਾਉਣਾ, ਰਾਜਾਂ ਦਾ ਪੁਨਰਗਠਨ। ਅਸੀਂ ਅੱਜ ਪੜ੍ਹਾਂਗੇ ਭਾਰਤ ਦੀ ਵਿਦੇਸ਼ੀ ਨੀਤੀ। ਪਿਆਰੇ ਵਿਦਿਆਰਥੀਓ, ਭਾਰਤ ਨੇ ਆਜ਼ਾਦੀ ਪ੍ਰਾਪਤ ਕਰਨ ਤੋਂ ਪਿੱਛੋਂ ਸ਼ਾਂਤਮਈ ਸਹਿਹੋਂਦ ਸਿਧਾਂਤਾਂ ਦੇ ਆਧਾਰਿਤ ਅਨੋਖੀ ਵਿਦੇਸ਼ੀ ਨੀਤੀ ਅਪਣਾਈ। ਭਾਰਤ ਸਾਰੇ ਸੰਸਾਰ ਦੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਤਿਕਾਰ ਕਰਦਾ ਹੈ। ਭਾਰਤ ਇਸ ਗੱਲ ਵਿੱਚ ਵਿਸ਼ਵਾਸ ਕਰਦਾ ਹੈ ਕਿ ਸਾਰੇ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ। ਇਹ ਦੇਸ਼ ਉਹਨਾਂ ਦੇ ਦੇਸ਼ਾਂ ਦੇ ਵਿਰੁੱਧ ਸੀ ਜਿਨ੍ਹਾਂ ਦੀ ਸਰਕਾਰ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ 'ਤੇ ਲੋਕਾਂ ਦਾ ਵਿਤਕਰਾ ਕਰਦੀ ਸੀ। ਉਦਾਹਰਨ ਦੇ ਤੌਰ 'ਤੇ ਭਾਰਤ ਦੱਖਣੀ ਅਫਰੀਕਾ ਦੀ ਸਰਕਾਰ ਦਾ ਅਫਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਨਾਲ ਭੇਦਭਾਵ ਵਾਲਾ ਵਰਤਾਓ ਕਰਨ ਦਾ ਵਿਰੋਧ ਕਰਦਾ ਹੈ। ਭਾਰਤ ਇਸ ਵਿੱਚ ਵੀ ਵਿਸ਼ਵਾਸ ਕਰਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਨਿਪਟਾਰਾ ਸ਼ਾਂਤਮਈ ਢੰਗ ਦੇ ਨਾਲ ਕੀਤਾ ਜਾ ਸਕਦਾ ਹੈ। ਸੋ ਅਸੀਂ ਅੱਜ ਪੜ੍ਹਾਂਗੇ ਪੰਚਸ਼ੀਲ। ਭਾਰਤ ਨੇ 1954 ਈਸਵੀ ਵਿੱਚ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਨਾਲ ਇੱਕ ਸਮਝੌਤਾ ਕੀਤਾ। ਬੇਟਾ ਜੀ, ਇਹ ਤਸਵੀਰ ਹੈਗੀ ਆ ਚਾਓ ਇਨ ਲਾਈ ਦੀ। ਇਹ ਸਮਝੌਤੇ ਦੇ ਅਧੀਨ ਜੋ ਵੀ ਸਿਧਾਂਤ ਸਨ, ਉਹ ਸਭ ਤੋਂ ਪਹਿਲਾਂ ਸੀਗਾ ਸ਼ਾਂਤਮਈ ਸਹਿਹੋਂਦ ਨੂੰ ਸਵੀਕਾਰ ਕਰਨਾ, ਮਤਲਬ ਸ਼ਾਂਤਮਈ ਹਰ ਕੰਮ ਕਰਨਾ, ਪਰਸਪਰ ਹਮਲਾ ਨਾ ਕਰਨਾ, ਇੱਕ ਦੂਜੇ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ, ਕਿ ਇੱਕ ਦੇਸ਼ ਜਿਹੜਾ ਵਾ ਦੂਸਰੇ ਦੇਸ਼ ਦੇ ਦਖਲ ਨਹੀਂ ਦੇਗਾ। ਆਪਸੀ ਸਬੰਧਾਂ ਵਿੱਚ ਸਮਾਨਤਾ ਅਤੇ ਪਰਸਪਰ ਲਾਭ ਪਹੁੰਚਾਉਣਾ। ਹਰ ਇੱਕ ਦੇਸ਼ ਨੂੰ ਦੂਜੇ ਦੇਸ਼ ਦੀ ਪ੍ਰਭੂਸੱਤਾ ਅਤੇ ਏਕਤਾ ਦਾ ਆਦਰ ਕਰਨਾ। ਬੰਦੂਕ ਕਾਨਫਰੰਸ ਜਿਹੜੀ ਹੋਈ ਸੀਗੀ 1955 ਦੇ ਵਿੱਚ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ। ਇਹ ਹਨ ਤਸਵੀਰ ਪੰਡਿਤ ਜਵਾਹਰ ਲਾਲ ਨਹਿਰੂ ਦੀ, ਜਿਨ੍ਹਾਂ ਨੇ ਕਿ ਬੰਦੂਕ ਵਿਖੇ ਐਫਰੋ ਏਸ਼ੀਆਈ ਕਾਨਫਰੰਸ ਵਿੱਚ ਭਾਗ ਲਿਆ। ਇਸ ਵਿੱਚ ਚੀਨ ਦੇ ਚਾਓ ਇਨ ਲਾਈ ਅਤੇ ਇੰਡੋਨੇਸ਼ੀਆ ਦੇ ਸੁਕਰਾਨੋ, ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਦੇ ਪ੍ਰਤੀਨਿਧਤਾ ਨੇ ਭਾਗ ਲਿਆ। ਇਸ ਕਾਨਫਰੰਸ ਵਿੱਚ ਪੰਚਸ਼ੀਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਗੁੱਟ ਨਿਰਪੇਖ ਲਹਿਰ। ਦੂਜੇ ਵਿਸ਼ਵ ਯੁੱਧ ਤੋਂ ਜਲਦੀ ਪਿੱਛੋਂ ਸੰਸਾਰ ਦੇ ਦੇਸ਼ ਵਿੱਚ ਇੱਕ ਦੂਜੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਅਧੀਨ ਕਿ ਦੋ ਗੁੱਟਾਂ ਵਿੱਚ ਉਹ ਵੰਡੇ ਗਏ। ਪਹਿਲਾ ਗੁੱਟ ਜਿਹੜਾ ਸੀ, ਜਿਸ ਵਿੱਚ ਨੇਤਾ ਅਮਰੀਕਾ ਸੀ, ਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ, ਅਤੇ ਦੂਜਾ ਗੁੱਟ ਜਿਹੜਾ ਸੀਗਾ ਉਹ ਨੇਤਾ ਕੌਣ ਸੀ? ਰੂਸ, ਜਿਹਨੂੰ ਕਿ ਪੂਰਬੀ ਬਲਾਕ ਕਿਹਾ ਜਾਂਦਾ ਸੀ। ਸੋ ਦੋਵਾਂ ਗੁੱਟਾਂ ਵਿਚਕਾਰ ਭਿਆਨਕ ਯੁੱਧ ਹੋਇਆ। ਇਸ ਤੋਂ ਬਾਅਦ ਆ ਗੁੱਟ ਨਿਰਪੇਖ ਲਹਿਰ 1961 ਈਸਵੀ ਵਿੱਚ ਸ਼ੁਰੂ ਹੋਈ ਸੀ। ਇਹ ਪੰਚਸ਼ੀਲ ਸਿਧਾਂਤਾਂ 'ਤੇ ਆਧਾਰਿਤ ਸੀ। ਇਸ ਦੇ ਸਾਰੇ ਮੈਂਬਰ ਕਿਸੇ ਵੀ ਸ਼ਕਤੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਸਨ। ਇਸ ਦੀ ਪਹਿਲੀ ਕਾਨਫਰੰਸ 1961 ਈਸਵੀ ਵਿੱਚ ਬੈਲਗ੍ਰੇਡ ਵਿੱਚ ਹੋਈ। ਸ਼ੁਰੂ ਵਿੱਚ ਇਸ ਦੇ 25 ਮੈਂਬਰ ਹੀ ਸਨ, ਹੁਣ 100 ਤੋਂ ਵੱਧ ਦੇਸ਼ ਇਸ ਦੇ ਮੈਂਬਰ ਹਨ। ਉਸ ਤੋਂ ਬਾਅਦ ਆਉਂਦਾ ਸਾਰਕ। 1985 ਈਸਵੀ ਵਿੱਚ ਸਾਰਕ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਅਰਥ ਹੈ ਪ੍ਰਦੇਸ਼ਿਕ ਸਹਿਯੋਗ ਲਈ ਦੱਖਣੀ ਏਸ਼ੀਆਈ ਸਭਾ। ਇਸ ਦਾ ਉਦੇਸ਼ ਏਸ਼ੀਆਈ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਆਰਥਿਕ ਸਹਿਯੋਗ ਉਤਪੰਨ ਕਰਨਾ। ਭਾਰਤ ਸਾਰਕ ਵਿੱਚ ਉੱਦਮੀ ਰੋਲ ਅਦਾ ਕਰ ਸਕਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਭਾਰਤ ਅਤੇ UNO। ਭਾਰਤ UNO ਦੇ ਮੈਂਬਰ ਦੇਸ਼ਾਂ ਵਿੱਚੋਂ ਇੱਕ ਮੈਂਬਰ ਹੈ, ਮਤਲਬ ਇਹਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਮੈਂਬਰ ਹਨ ਇਸ ਸੰਸਥਾ ਦੇ। ਸੋ ਭਾਰਤ ਵੀ ਇਸ ਦਾ ਇੱਕ ਮੈਂਬਰ ਹੈ। ਇਸ ਦੀਆਂ ਸੈਨਾਵਾਂ ਨੇ ਕੋਰੀਆ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ UNO ਦੁਆਰਾ ਸ਼ਾਂਤੀ ਬਣਾਈ ਰੱਖਣ ਦੇ ਮਿਸ਼ਨਾਂ ਵਿੱਚ ਸੇਵਾ ਕੀਤੀ।
ਭਾਰਤੀ ਲੋਕਾਂ ਨੇ UNO ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੀ ਵੀ ਸੇਵਾ ਕੀਤੀ। ਸੋ ਭਾਰਤ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ। ਭਾਰਤ ਨੇ ਵੀ UNO ਤੋਂ ਬਹੁਤ ਸਹਾਇਤਾ ਪ੍ਰਾਪਤ ਕੀਤੀ ਹੈ। ਭਾਰਤ ਦੀਆਂ ਸਮਾਜਿਕ ਸਮੱਸਿਆਵਾਂ, ਇਹਨਾਂ ਤੋਂ ਤੁਹਾਨੂੰ ਪਤਾ ਹੈ ਬੱਚਾ ਕਿ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਕਿਹੜੀਆਂ ਹੁੰਦੀਆਂ ਹਨ। ਸਭ ਤੋਂ ਪ੍ਰਮੁੱਖ ਸਮੱਸਿਆਵਾਂ ਹਨ ਸੰਪਰਦਾਇਕਤਾ, ਜਾਤੀਵਾਦ, ਭਾਸ਼ਾਵਾਦ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਵੱਧਦੀ ਆਬਾਦੀ, ਜਿਹੜੀਆਂ ਕਿ ਹਰ ਇੱਕ ਦੇਸ਼ ਦੀਆਂ ਸਮੱਸਿਆਵਾਂ ਹਨ, ਬਟ ਭਾਰਤ ਦੀਆਂ ਸਭ ਤੋਂ ਵੱਧ ਇਹ ਸਮੱਸਿਆਵਾਂ ਹਨ। ਮੇਰੇ ਬੱਚਿਓ, ਇਹ ਰਾਸ਼ਟਰਪਤੀ ਟੀਟੋ ਹੈ ਜਿਸਨੇ ਕਿ ਰਾਸ਼ਟਰੀ ਗੁੱਟ ਦੇ ਵਿੱਚ ਬਹੁਤ ਜ਼ਿਆਦਾ ਹਿੱਸਾ ਪਾਇਆ ਸੀਗਾ। ਸਭ ਤੋਂ ਪਹਿਲਾ ਕਾਰਨ ਸੀ ਸੰਪਰਦਾਇਕਤਾ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ, ਪਰ ਜਿਨ੍ਹਾਂ ਦੇ ਅਲੱਗ-ਅਲੱਗ ਧਰਮ ਹਨ ਉਹ ਅਲੱਗ-ਅਲੱਗ ਧਰਮ ਨੂੰ ਮੰਨਦੇ ਹਨ। ਇਹਨਾਂ ਲੋਕਾਂ ਨੇ ਫਿਰਕੂ ਦੰਗੇ ਫਸਾਦ ਉਤਪੰਨ ਕੀਤੇ ਹਨ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਕੁਝ ਘੱਟ ਗਿਣਤੀ ਵਾਲੇ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 9 ਦਸੰਬਰ 2006 ਨੂੰ ਭਾਸ਼ਣ ਵਿੱਚ ਕਿਹਾ ਸੀ, ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਬਣਦਾ ਹਿੱਸਾ ਘੱਟ ਗਿਣਤੀ ਲੋਕਾਂ ਨੂੰ ਦੇਣ ਲਈ ਯੋਜਨਾਵਾਂ ਵਿੱਚ ਤਬਦੀਲੀ ਕਰਨ ਦੀ ਯੋਜਨਾ ਬਣਾਵਾਂਗੇ। ਅਨਪੜ੍ਹਤਾ, ਸਾਡੇ ਦੇਸ਼ ਵਿੱਚ 230 ਮਿਲੀਅਨ ਤੋਂ ਵੀ ਵੱਧ ਲੋਕ ਜਿਹੜੇ ਹਨ ਉਹ ਅਨਪੜ੍ਹ ਹਨ। ਇੱਥੇ 100 ਇਸਤਰੀਆਂ ਵਿੱਚੋਂ ਕੇਵਲ 60 ਇਸਤਰੀਆਂ ਅਨਪੜ੍ਹ ਹਨ, ਯਾਨੀ ਕਿ ਸਿਰਫ 40 ਇਸਤਰੀਆਂ ਹੀ ਪੜ੍ਹੀਆਂ ਹੋਈਆਂ ਹਨ। ਅਨਪੜ੍ਹਤਾ ਜਿਹੜੀ ਆ ਉਹ ਬੇਰੁਜ਼ਗਾਰੀ ਦਾ ਕਾਰਨ ਹਨ, ਜਿਹਦੇ ਨਾਲ ਕਿ ਗਰੀਬੀ ਵੱਧਦੀ ਹੈ। ਸੋ ਬੇਟਾ ਇਹ ਸਾਰੇ ਕਾਰਨ ਹਨ ਅਨਪੜ੍ਹਤਾ, ਸੰਪਰਦਾਇਕਤਾ। ਇਸ ਤੋਂ ਬਾਅਦ 2 ਅਕਤੂਬਰ 1767 ਈਸਵੀ ਵਿੱਚ ਰਾਸ਼ਟਰੀ ਬਾਲਗ ਸਿੱਖਿਆ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। 1988 ਈਸਵੀ ਵਿੱਚ ਰਾਸ਼ਟਰੀ ਸਾਖਰਤਾ ਮਿਸ਼ਨ ਸ਼ੁਰੂ ਕੀਤਾ ਗਿਆ। ਦੇਸ਼ ਦੇ ਬਹੁਤ ਸਾਰੇ ਭਾਗਾਂ ਵਿੱਚ ਬਾਲਗ ਸਿੱਖਿਆ ਕੇਂਦਰ ਸਥਾਪਿਤ ਕੀਤੇ ਗਏ। ਅਨਪੜ੍ਹਤਾ ਖਤਮ ਕਰਨ ਦੇ ਲਈ ਅਨਪੜ੍ਹ ਬਾਲਗ ਦੇ ਫਾਇਦੇ ਲਈ ਆਲ ਇੰਡੀਆ ਰੇਡੀਓ ਅਤੇ ਟੈਲੀਵਿਜ਼ਨ ਦੁਆਰਾ ਲਗਾਤਾਰ ਸਿੱਖਿਅਕ ਪ੍ਰੋਗਰਾਮ ਜਿਹੜੇ ਆ ਪ੍ਰਸਾਰਿਤ ਕੀਤੇ ਗਏ ਤਾਂ ਕਿ ਲੋਕਾਂ ਨੂੰ ਪੜ੍ਹਨ ਬਾਰੇ ਪ੍ਰੇਰਿਤ ਕੀਤਾ ਜਾਵੇ। ਜਾਤੀਵਾਦ, ਸਾਡੇ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਜਾਤਾਂ ਦੇ ਲੋਕ ਰਹਿੰਦੇ ਹਨ। ਇੱਕ ਜਾਤ ਦੇ ਲੋਕ ਕਈ ਜਿਹੜੇ ਹਨ ਉਹ ਦੂਸਰੀ ਜਾਤਾਂ ਦੇ ਲੋਕ ਨੂੰ ਕੀ ਬੁਰਾ ਮੰਨਦੇ ਹਨ। ਜਿਵੇਂ ਉੱਚੀ ਜਾਤ ਦੇ ਜਿਹੜੇ ਲੋਕ ਹਨ ਉਹ ਹਮੇਸ਼ਾ ਨੀਵੀਂ ਜਾਤ ਵਾਲਿਆਂ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਸੰਵਿਧਾਨ ਦੀ 17ਵੀਂ ਧਾਰਾ ਤਹਿਤ ਕਿਸੇ ਵੀ ਰੂਪ ਵਿੱਚ ਛੂਤ-ਛਾਤ ਕਰਨ ਦੀ ਮਨਾਹੀ ਕੀਤੀ ਗਈ ਹੈ। ਭਾਸ਼ਾਵਾਦ, ਸਾਡੇ ਦੇਸ਼ ਵਿੱਚ ਅਲੱਗ-ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ, ਪਰ ਇਸ ਦੇ ਨਾਲ ਹੀ ਇੱਕ ਵਿਅਕਤੀ ਜਿਹੜਾ ਵਾ ਦੂਸਰੀ ਭਾਸ਼ਾ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਅਤੇ ਜ਼ਰੂਰੀ ਹੈ ਉਹ ਜਿਹੜਾ ਸਤਿਕਾਰ ਹੈ ਉਹ ਜ਼ਰੂਰ ਹੈ ਕਿ ਉਹਨਾਂ ਨੇ ਕਿਸੇ ਦੀ ਭਾਸ਼ਾ ਨੂੰ ਵੀ ਬੁਰਾ ਨਹੀਂ ਕਹਿਣਾ, ਸਗੋਂ ਕਿ ਹਰ ਇੱਕ ਭਾਸ਼ਾ ਦਾ ਸਤਿਕਾਰ ਕਰਨਾ ਹੈ। ਗਰੀਬੀ ਦੀ ਸਮੱਸਿਆ, ਗਰੀਬੀ ਦੀ ਸਮੱਸਿਆ ਭਾਰਤ ਦੀ ਉੱਨਤੀ ਦੇ ਰਾਹ ਦੇ ਵਿੱਚ ਇੱਕ ਬਹੁਤ ਹੀ ਵੱਡੀ ਰੁਕਾਵਟ ਹੈ। ਗਰੀਬੀ ਦੇ ਮੁੱਖ ਕਾਰਨ ਕੀ ਹਨ? ਵੱਧਦੀ ਆਬਾਦੀ, ਘੱਟ ਖੇਤੀ ਉਤਪਾਦਨ ਅਤੇ ਬੇਰੁਜ਼ਗਾਰੀ। ਬੇਰੁਜ਼ਗਾਰੀ ਦੀ ਸਮੱਸਿਆ ਸਾਡੇ ਦੇਸ਼ ਦੇ ਵਿੱਚ ਦਿਨੋਂ ਦਿਨ ਵੱਧ ਰਹੀ ਹੈ। ਭਾਰਤ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਸੇਵਾ ਮੁਕਤ ਫੌਜੀਆਂ, ਪੜ੍ਹੇ ਲਿਖੇ ਬੇਰੁਜ਼ਗਾਰਾਂ, ਪੜ੍ਹੇ ਲਿਖੇ ਬਜ਼ੁਰਗਾਂ ਆਦਿ ਨੂੰ ਕਰਜ਼ੇ ਦੇ ਕੇ ਉਹਨਾਂ ਨੂੰ ਆਪਣੇ ਕਾਰੋਬਾਰ ਖੋਲ੍ਹਣ ਲਈ ਉਤਸ਼ਾਹਿਤ ਕਰਨਾ ਹੈ। ਵੇਖੋ ਹੁਣ ਜੇਕਰ ਸਾਡੇ ਬੇਰੁਜ਼ਗਾਰ ਬਜ਼ੁਰਗ ਹੋਣਗੇ, ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਬਟ ਉਹਨਾਂ ਕੋਲ ਪੈਸਾ ਨਹੀਂ ਹੁੰਦਾ। ਜੇਕਰ ਅਸੀਂ ਉਹਨਾਂ ਨੂੰ ਉਹਨਾਂ ਦੇ ਲਈ ਇਹੋ ਜਿਹੇ ਬੀਮੇ ਦਈਏ ਕਿ ਉਹ ਕਾਰੋਬਾਰ ਖੋਲ੍ਹ ਸਕਣ ਤਾਂ ਸਾਡੇ ਦੇਸ਼ ਵਿੱਚੋਂ ਬੇਰੁਜ਼ਗਾਰੀ ਦੀ ਜਿਹੜੀ ਸਮੱਸਿਆ ਵਾ ਉਹ ਖਤਮ ਹੋ ਸਕਦੀ ਹੈ। ਜਿਵੇਂ ਪਿੰਡਾਂ ਦੇ ਵਿੱਚ ਕਿੱਤੇ ਕਿੰਨੇ ਤਰ੍ਹਾਂ ਦੇ ਚਲਾਏ ਜਾ ਸਕਦੇ ਹਨ, ਜਿਵੇਂ ਮੱਝਾਂ ਰੱਖਣੀਆਂ, ਮੁਰਗੀਆਂ ਪਾਲਣਾ, ਸੂਰ, ਸ਼ਹਿਦ ਦੀਆਂ ਮੱਖੀਆਂ ਪਾਲਣੀਆਂ ਆਦਿ ਸਿਖਲਾਈ ਦੇ ਕੇ ਉਹਨਾਂ ਤੋਂ ਪੈਸਾ ਕਮਾਇਆ ਜਾ ਸਕਦਾ ਹੈ। ਮਹਿੰਗਾਈ ਦੀ ਸਮੱਸਿਆ, ਅੱਜ ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ, ਪਰ ਮਹਿੰਗਾਈ ਜਿਹੜੀ ਆ ਸਾਡੇ ਦਿਨੋਂ ਦਿਨ ਸਾਡੇ ਕਾਰੋਬਾਰ ਜਿਹੜੇ ਹਨ ਉਹ ਘਟ ਰਹੇ ਹਨ, ਮਹਿੰਗਾਈ ਵੱਧ ਰਹੀ ਹੈ। ਇੱਕ ਗਰੀਬ ਆਦਮੀ ਜਿਹੜਾ ਹੈ ਉਹ ਆਪਣੇ
ਪਰਿਵਾਰ ਨੂੰ ਇੱਕ ਵਧੀਆ ਲਾਈਫ ਸਟਾਈਲ ਨਹੀਂ ਦੇ ਸਕਦਾ। 2 ਟਾਈਮ ਦੀ ਰੋਟੀ ਵੀ ਉਹ ਜਿਹੜਾ ਹੈ ਨਹੀਂ ਦੇ ਸਕਦਾ। ਦੇਸ਼ ਵਿੱਚ ਇੰਨੀ ਮਹਿੰਗਾਈ ਵੱਧਦੀ ਜਾ ਰਹੀ ਹੈ। ਦੇਸ਼ ਦੇ ਨੂੰ ਜੇਕਰ ਅਸੀਂ ਉੱਨਤ ਕਰਨਾ ਹੈ, ਅਸੀਂ ਉਹਨੂੰ ਤਰੱਕੀ ਦੇ ਰਾਹ ਵਿੱਚ ਲੈ ਜਾਣਾ ਹੈ, ਸਾਨੂੰ ਸੰਪਰਦਾਇਕਤਾ, ਅਨਪੜ੍ਹਤਾ, ਜਾਤੀਵਾਦ, ਭਾਸ਼ਾਵਾਦ, ਗਰੀਬੀ ਦੀ ਸਮੱਸਿਆ, ਬੇਰੁਜ਼ਗਾਰੀ ਦੀ ਸਮੱਸਿਆ ਅਤੇ ਮਹਿੰਗਾਈ ਦੀ ਸਮੱਸਿਆ ਨੂੰ ਖਤਮ ਕਰਨਾ ਪਵੇਗਾ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇੰਨਾ ਹੀ ਚੈਪਟਰ ਪੜ੍ਹਾਂਗੇ। ਧੰਨਵਾਦ।